ओ हमारा तू साझा साहिब। गौरी महला नावा साधो गोबिंद के गुण गावो मानस जन्म अमोलक पायो बिरथा काहे गवावो रहाओ साधो गोबिंद के गुण गावो। वाहिगुरु जी का खालसा वाहिगुरु जी की फतेह। पतित पावन भगत वसल करुणा निधान अंतरजामी सतगुरु धन धन सतगुरु श्री गुरु ग्रंथ साहिब जी महाराज जी की पावन पवित्र हजूरी का आनंद माण रहे सरबत माई भाई गुरु खालसा जी। सतगुरु सच्चे पातशाह जी की अपार बख्शिश कृपा रहमत हो रही है, जो सतगुरु सच्चे पातशाह जी ने आप कृपा करके सानू इस भागा समा बख्शिश करना कीता है। सतगुरु सच्चे पातशाह जी की कृपा बख्शिश रहमत वरत रही है। हुणे हुणे आपां सतगुरु सच्चे पातशाह जी की बख्शिश प्राप्त बच्चियां पासों तुर की बाणी आई तिन सगली चिंत मिटाई जी दे कलयुग मह कीर्तन प्रधाना गुरमुख जपिया लाए ध्याना दे महावाका अनुसार सतगुरु जी की पावन पवित्र गुरबाणी का रस भिन्ना कीर्तन सरवण कीता है। सतगुरु सच्चे पातशाह धन धन श्री गुरु तेग बहादुर साहिब जी महाराज जिन्ना सतगुरां ने कृपा करके लोकाई नूं तारने वास्ते अवतार धारण करना कीता। सतगुरु सच्चे पातशाह जी का तो ये साध संगत 1621 तो लैकर के तो 2021 ਦੇ ਵਿੱਚ ਆਪਾਂ ਇਹ ਜਿਹੜਾ ਸਾਧ ਸੰਗਤ ਜੀ ਸਤਿਗੁਰੂ ਜੀ ਦਾ 400 ਸਾਲਾ ਚੌਥੀ ਸ਼ਤਾਬਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਦੀ ਮਨਾ ਰਹੇ ਹਾਂ। ਕਿਉਂਕਿ ਵਿਦਵਾਨ ਕਹਿੰਦੇ ਨੇ ਅਵਤਾਰ ਕਿਹਨੂੰ ਕਿਹਾ ਜਾਂਦਾ, ਉਹਦੇ ਵਿੱਚ 3 ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇੱਕ ਕਹਿੰਦੇ ਨੇ ਅਵਤਾ ਰਖਤੀ ਅਵਤਾਰਾ। ਅਵਤਾ ਕਹਿੰਦੇ ਨੇ ਵਿਪਤਾ ਨੂੰ, ਵਿਪਤਾ ਤੋਂ ਘੁੰਮਣ ਘੇਰੀ ਤੋਂ ਰੱਖਿਆ ਕਰਨ ਵਾਲਾ ਹੋਣਾ ਚਾਹੀਦਾ ਹੈ। ਇੱਕ ਉਹਦੀ ਕੁਆਲਿਟੀ ਹੈ ਅਵਤਾਰ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਇਸ ਸੰਸਾਰ ਦੇ ਅੰਦਰ, ਖਾਸ ਕਰਕੇ ਉਸ ਭਾਰਤ ਦੇ ਖਿੱਤੇ ਅੰਦਰ ਢਾਏ ਜਾ ਰਹੇ ਜ਼ੁਲਮ ਦੇ ਅੱਗੇ ਖਲੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਪੰਡਤਾਂ ਦੇ ਸਿਰ ਤੇ ਆਈ ਹੋਈ, ਉਹ ਭਾਰਤ ਦੇ ਲੋਕਾਂ ਤੇ ਆਈ ਹੋਈ ਵਿਪਤਾ ਨੂੰ ਸਤਿਗੁਰੂ ਜੀ ਨੇ ਦੂਰ ਕੀਤਾ ਤੇ ਕਹਿ ਦਿੱਤਾ ਕਿ ਜਾ ਕਰਕੇ ਕਹਿ ਦਿਓ ਕਿ ਸਾਡੇ ਸਤਿਗੁਰੂ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਵੋਗੇ ਤਾਂ ਅਸੀਂ ਆਪੇ ਬਣ ਜਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਏ ਹੋਏ ਵਿਪਤਾ ਨੂੰ ਆਪਣੇ ਸਿਰ ਤੇ ਲੈ ਕਰਕੇ ਟਾਲਿਆ ਹੈ, ਦੂਰ ਕੀਤਾ। ਅਵਤਾ ਰਖਤੀ ਅਵਤਾਰਾ। ਦੂਸਰਾ ਹੈ ਦਵੈ ਬ੍ਰਹਮ, ਭਾਵ ਕਿ ਪਰਮੇਸ਼ਰ ਵਰਗਾ ਹੋਣਾ ਚਾਹੀਦਾ ਹੈ। ਉਹਨੂੰ ਅਵਤਾਰ ਕਿਹਾ ਜਾਂਦਾ ਹੈ, ਭਾਵ ਕਿ ਉਹਦਾ ਸੁਭਾਅ, ਉਹਦਾ ਹਿਸਾਬ ਕਿਤਾਬ ਸਾਰਾ ਪਰਮੇਸ਼ਰ ਵਰਗਾ ਹੋਣਾ ਚਾਹੀਦਾ ਹੈ। ਪਰਮੇਸ਼ਰ ਦਾ ਸੁਭਾਅ ਸਾਧ ਸੰਗਤ ਜੀ ਕਿਸ ਤਰ੍ਹਾਂ ਦਾ ਹੈ? ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਜੋ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਜੋ ਪਰਮੇਸ਼ਰ ਵਾਹਿਗੁਰੂ ਦੀ
ਸ਼ਰਨ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਉਹਨੂੰ ਭਾਈ ਉਹ ਬਿਰਧ ਦੀ ਪਾਲਣਾ ਕਰਦਾ, ਉਹਨੂੰ ਸ਼ਰਨ ਦੀ ਲਾਜ ਰੱਖਦਾ, ਉਹਦੀ ਸਹਾਇਤਾ ਕਰਦਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਉਹਨੂੰ ਆਪਣੇ ਹਿਰਦੇ ਨਾਲ ਲਾ ਲੈਂਦਾ, ਆਪਣੇ ਗਲ ਦੇ ਨਾਲ ਲਾ ਲੈਂਦਾ। ਇਹ ਬਿਰਧ ਸੁਆਮੀ ਸੰਧਾ, ਇਹ ਕਹਿੰਦੇ ਮੁੱਢ ਕਦੀਮਾ ਤੋਂ ਵਾਹਿਗੁਰੂ ਪਰਮੇਸ਼ਰ ਦਾ ਸੁਭਾਅ ਹੈ। ਉਹ ਸਾਰਿਆਂ ਨਾਲ ਇੱਕੋ ਜਿਹਾ ਹੀ ਵਰਤਦਾ ਹੈ, ਉਹ ਸਾਰਿਆਂ ਦੀ ਰੱਖਿਆ ਕਰਦਾ। ਜਿਹੜਾ ਉਹਦੀ ਸ਼ਰਨ ਦੇ ਵਿੱਚ ਆ ਜਾਵੇ ਉਹਦੀ ਪਾਲਣਾ ਕਰਦਾ ਹੈ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਕਰਨ ਵਾਲਿਆਂ ਦੀ ਸਤਿਗੁਰੂ ਜੀ ਨੇ ਰੱਖਿਆ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਉਹਨਾਂ ਦੇ ਸੰਕਟ ਨੂੰ ਵੀ ਹਰਿਆ ਤੇ ਉਹਨਾਂ ਦੀ ਰੱਖਿਆ ਕਰਨਾ ਕੀਤੀ। ਤੇ ਪਰਮੇਸ਼ਰ ਵਾਂਗੂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਵੈ ਬ੍ਰਹਮ ਭਾਵ ਕੇ ਪਰਮੇਸ਼ਰ ਵਰਗਾ ਸਤਿਗੁਰੂ ਜੀ ਦਾ ਸੁਭਾਅ ਹੈ। ਜੇ ਮੀਣਿਆਂ ਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਗੋਲੀ ਚਲਾਈ, ਸਮਾਨ ਵੀ ਸਾਰਾ ਲੁੱਟ ਕੇ ਲੈ ਗਏ ਤੇ ਭਾਈ ਮੱਖਣ ਸ਼ਾਹ ਜੀ ਨੇ ਜਾ ਕੇ ਲਿਆਂਦਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਵਾਪਸ ਲੈ ਆਂਦੇ ਤੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮੱਖਣ ਸ਼ਾਹ, ਅਸੀਂ ਕੋਈ ਦੁਕਾਨ ਤਾਂ ਨਹੀਂ ਪਾਈ ਹੋਈ ਕਿ ਜਿਸ ਨੂੰ ਆਪਾਂ ਕੋਈ ਚਲਾਉਣਾ ਹੈ ਤਾਂ ਆਪਾਂ ਖੱਟੀ ਕਮਾਈ ਕਰਨੀ ਹੈ ਤੇ ਆਮਦਨ ਬਹੁਤੀ ਆਵੇ ਤਾਂ ਬੜਾ ਚੰਗਾ ਹੋਏਗਾ, ਵਾਪਸ ਕਰਕੇ ਆਓ। ਇੰਨੇ ਨਿਰਲੇਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਸਰੂਪ ਵੀ ਵਾਪਸ ਕਰਵਾਇਆ, ਸਾਰਾ ਕੁਝ ਉਹਨਾਂ ਦਾ ਵਾਪਸ ਕਰਵਾਇਆ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹਨ, ਸੰਗਤਾਂ ਨੂੰ ਉਪਦੇਸ਼ ਦੇ ਕਰਕੇ ਕਲਿਆਣ ਕੀਤੀ ਹੈ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਉੱਪਰ। ਫਿਰ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਗਏ ਹਨ ਤੇ ਸਾਧ ਸੰਗਤ ਜੀ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪੁਜਾਰੀਆਂ ਨੂੰ ਪਤਾ ਲੱਗਾ ਤਾਂ ਦਰਵਾਜ਼ੇ ਬੰਦ ਕਰ ਲਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਅਸਥਾਨ ਦੇ ਆਪਾਂ ਦਰਸ਼ਨ ਕਰਦੇ ਹਾਂ। ਗੁਰਦੁਆਰਾ ਥੜਾ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਸਾਈਡ ਤੇ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੈਠ ਕਰਕੇ ਸੰਗਤਾਂ ਨੂੰ ਉਪਦੇਸ਼ ਦੇਣਾ ਕੀਤਾ, ਪਰ ਮਨ ਦੇ ਵਿੱਚ ਕੋਈ ਰੋਸ ਨਹੀਂ ਰੱਖਿਆ ਕਿ ਹਾਂ ਇਹ ਸਾਡਾ ਅਸਥਾਨ ਹੈ, ਅਸੀਂ ਹੁਣ ਗੁਰਤਾ ਗੱਦੀ ਦੇ ਮਾਲਕ ਹਾਂ ਤੇ ਹਾਂ ਇਹ ਕੌਣ ਨੇ ਬੰਦ ਕਰਨ ਵਾਲੇ। ਕੁਝ ਸਮਾਂ ਸਤਿਗੁਰੂ ਜੀ ਨੇ ਵੇਟ ਕਰਕੇ ਮੁੜ ਕੇ ਤੋਂ ਵੱਲੇ ਵੱਲ ਨੂੰ ਸਤਿਗੁਰੂ ਜੀ ਚਲੇ ਗਏ। ਇਹ ਆ ਪਰਮੇਸ਼ਰ ਦਾ ਸੁਭਾਅ, ਜਿਹੜਾ ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਨੀ ਮਨ ਗਾਰੈ, ਪਛ ਪਛੂ ਨਗ ਨਾਗ ਨਰਾਦਪ, ਸਰਬ ਸਮੈ ਸਭ ਕੋ ਪ੍ਰਤਪਾਰੈ, ਭੋਗਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨ ਹਾਰੈ। ਵੇਖਦਾ ਹੈ, ਜਾਣਦਾ ਹੈ ਸਾਰਾ ਕੁਝ, ਪਰ ਫਿਰ ਵੀ ਉਹ ਉਹਨਾਂ ਤੇ ਕਿਰਪਾ ਕਰੀ ਜਾਂਦਾ ਹੈ, ਇਗਨੋਰ ਕਰੀ ਜਾਂਦਾ ਹੈ। ਇਹ ਦਵੈ ਬ੍ਰਹਮ ਵਰਗਾ ਸਰੂਪ ਹੋਣਾ ਚਾਹੀਦਾ ਹੈ। ਤੇ ਫਿਰ ਸਾਧ ਸੰਗਤ ਤੀਸਰਾ ਕਹਿੰਦੇ ਨੇ ਸੰਸਾਰ ਸਾਗਰ ਤਾਰੇ ਅਲੀ, ਤੇ ਸੰਸਾਰ ਦੇ ਉੱਤੋਂ ਤਾਰਨ ਦੀ ਵੀ ਸਮਰੱਥਾ ਰੱਖਦਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸਾਡੇ ਉੱਪਰ। ਇਹ ਪਾਵਨ ਪਵਿੱਤਰ ਗੁਰਬਾਣੀ ਦੁਆਰਾ ਸਾਨੂੰ ਉਪਦੇਸ਼ ਦੇ ਕਰਕੇ ਸਾਧ ਸੰਗਤ ਜੀ ਸਾਨੂੰ ਇਹ ਜਣਾਉਣਾ ਚਾਹੁੰਦੇ ਆ ਕਿ ਹੇ ਮਨੁੱਖ, ਤੂੰ ਇਹ ਸੰਸਾਰ ਦੇ ਉੱਪਰ ਆਇਆ ਕਿਹੜੇ ਕੰਮ ਵਾਸਤੇ ਆਇਆ? ਕਿਹੜੇ ਵਾਸਤੇ ਤੈਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ? ਕਿਹੜੇ ਕੰਮ ਵਾਸਤੇ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੈ? ਕੀ ਤੇਰਾ ਪ੍ਰਯੋਜਨ ਹੈ? ਕੋਈ ਬੰਦਾ ਕਿਸੇ ਕੰਮ ਵਾਸਤੇ ਜਾਵੇ, ਉੱਥੇ ਉਹ ਜਾ ਕਰਕੇ ਉਹ ਕੰਮ ਨਾ ਕਰੇ, ਚੇਤਾ ਹੀ ਭੁਲਾ ਕੇ ਬਹਿ ਜਾਏ, ਤੇ ਫਿਰ ਉਹਨੂੰ ਸਿਆਣਾ ਤਾਂ ਨਹੀਂ ਕਿਹਾ ਜਾਂਦਾ, ਉਹਨੂੰ ਫਿਰ ਚੇਤਾ ਕਰਾਇਆ ਜਾਂਦਾ ਹੈ। ਅੱਜ ਕੱਲ ਆਪਾਂ ਟੈਲੀਫੋਨ ਕਰਦੇ ਆ, ਚਿੱਠੀਆਂ ਪਾਉਣੇ, ਈਮੇਲਾਂ ਕਰਦੇ ਕਿ ਭਾਈ ਆਹ ਤੇਰਾ ਕੰਮ ਸੀ, ਕੰਮ ਕਰਕੇ ਸਾਨੂੰ
ਅਪਡੇਟ ਦੇ ਕੇ ਇਹ ਕੰਮ ਕਿੰਨਾ ਕੁ ਹੋ ਗਿਆ, ਕਿੰਨਾ ਕਰਾਇਆ ਗਿਆ ਤੇ ਕਿਵੇਂ ਹੋਏਗਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਜਿੱਥੇ ਪਾਵਨ ਪਵਿੱਤਰ ਗੁਰਬਾਣੀ ਦੁਆਰਾ ਉਪਦੇਸ਼ ਦੇ ਕਰਕੇ ਸੰਗਤਾਂ ਨੂੰ ਸੰਸਾਰ ਤੋਂ ਤਾਰਿਆ ਹੈ, ਉੱਥੇ ਜਿੰਨਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੁਗੋ ਜੁਗ ਅਟਲ ਗੁਰਬਾਣੀ ਪਿੱਛੇ ਵੀ ਤਾਰਦੀ ਰਹੀ ਹੈ, ਹੁਣ ਵੀ ਤਾਰ ਰਹੀ ਤੇ ਅੱਗੇ ਵੀ ਰਹਿੰਦੀ ਦੁਨੀਆ ਤੱਕ ਤਾਰਦੀ ਰਹੇਗੀ। ਇਹ ਧਰਤੀ ਭਾਵੇਂ ਨਾਸ ਹੋ ਜਾਵੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਟਲ ਬਚਨ ਜਿਹੜੇ ਹਨ ਉਹ ਸਾਧ ਸੰਗਤ ਜੀ ਇਹ ਹਮੇਸ਼ਾ ਵਾਸਤੇ ਮਨੁੱਖ ਨੂੰ ਸੇਧਾਂ ਦਿੰਦੇ ਰਹਿਣਗੇ, ਬਖਸ਼ਿਸ਼ ਕਰਦੇ ਰਹਿਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਸਾਰ ਸਾਗਰ ਤਾਰੇ ਲਈ ਆਪ ਵੀ ਤਾਰਨ ਵਾਲੇ ਹਨ ਤੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੇ ਗੁਰੂ ਕੇ ਸਿੱਖਾਂ ਨੂੰ ਪੈਦਾ ਕਰ ਦਿੱਤਾ ਜਿਹੜੇ ਹੋਰਨਾਂ ਨੂੰ ਵੀ ਤਾਰਨ ਵਾਲੇ ਨੇ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ, ਐਸੇ ਗੁਰੂ ਕੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੈਦਾ ਕੀਤੇ। ਤੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਡੇ ਉੱਪਰ ਬਖਸ਼ਿਸ਼ ਕਰਦੇ ਹਨ ਕਿ ਸਾਨੂੰ ਕਿਸੇ ਤਰ੍ਹਾਂ ਇਹ ਚੇਤਾ ਆ ਜਾਵੇ ਕਿ ਜਿਹੜੇ ਕੰਮ ਵਾਸਤੇ ਇਹ ਪ੍ਰਾਣੀ ਤੈਨੂੰ ਇਹ ਜਨਮ ਮਿਲਿਆ, ਤੈਨੂੰ ਮਨੁੱਖਾਂ ਦੇ ਹੀ ਦੀ ਪ੍ਰਾਪਤੀ ਹੋਈ ਹੈ, ਉਹ ਪ੍ਰਯੋਜਨ ਤੂੰ ਕਰ ਵੀ ਰਿਹਾ ਕਿ ਨਹੀਂ, ਉਹ ਕੋਈ ਕੰਮ ਕਰਦਾ ਵੀ ਹੈ ਕਿ ਉਹ ਵਿੱਚ ਹੀ ਰਹਿ ਗਿਆ ਤੇਰਾ, ਇਹ ਬਿਲਕੁਲ ਚੇਤਾ ਭੁਲਾ ਕੇ ਬਹਿ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਇਹ ਪਾਵਨ ਪਵਿੱਤਰ ਉਪਦੇਸ਼ ਦੇ ਕਰਕੇ ਸੰਸਾਰ ਦੀ ਕਲਿਆਣ ਵਾਸਤੇ, ਇਸ ਮਨੁੱਖਾਂ ਦੇ ਹੀ ਦੀ ਸਫਲਤਾ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰਦਿਆਂ ਹੋਇਆਂ ਆਖੀਏ ਗੱਜ ਕੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨਾਵਾ। ਆਧੋ ਗੋਬਿੰਦ ਕੇ ਗੁਣ ਗਾਵੋ। ਗੌੜੀ ਰਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਰ ਸ਼ਬਦਾਂ ਦੀ ਵਿਚਾਰ ਆਪਾਂ ਪਹਿਲਾਂ ਸਤਿਗੁਰੂ ਜੀ ਦੀ ਕਰ ਚੁੱਕੇ ਆ। ਇਹ ਪੰਜਵਾਂ ਸ਼ਬਦ ਆਰੰਭ ਹੋ ਰਿਹਾ ਜਿਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਹੇ ਸਾਧੋ, ਇਹ ਸਾਧਨਾ ਕਰਨ ਵਾਲਿਓ, ਇਹ ਸਾਧ ਬਿਰਤੀ ਨੂੰ ਰੱਖਣ ਵਾਲਿਓ, ਆਪਣੇ ਮਨ ਨੂੰ ਸਾਧਨ ਵਾਲਿਓ, ਨੌ ਦੁਆਰੇ ਸਾਧ ਸਾਧ ਸਦਾਇਆ ਭਾਈ ਗੁਰਦਾਸ ਜੀ ਕਹਿੰਦੇ ਹਨ। ਕਹਿੰਦੇ ਹੇ ਸਾਧੋ, ਹੇ ਗੁਰਮੁਖ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਗੋਬਿੰਦ ਕੇ ਗੁਣ ਗਾਵੋ, ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ। ਸਾਧ ਸੰਗਤ ਜੀ ਹੁੰਦਾ ਕੀ ਹੈ ਕਿ ਜਦੋਂ ਅਸੀਂ ਗੁਣਾਂ ਨੂੰ ਗਾਉਣੇ ਆ ਤੇ ਸਾਧ ਸੰਗਤ ਜੀ ਉਹ ਪੋਜ਼ਿਟਿਵ ਜਿਹੜੇ ਗੁਣ ਨੇ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ, ਉਹ ਗੁਣਾਂ ਨੂੰ ਗਾ ਕੇ ਵਿਚਾਰਾਂ ਕਰ ਕਰਕੇ ਗਾ ਕੇ ਉਹ ਗੁਣਾਂ ਦੀ ਵਿਚਾਰ ਕਰਕੇ ਗੁਣਾਂ ਨੂੰ ਗਾ ਕੇ ਉਹ ਗੁਣ ਮਨੁੱਖ ਦੇ ਅੰਦਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਜੇ ਅਸੀਂ ਸਾਧ ਸੰਗਤ ਦੀ ਨਿੰਦਿਆ ਕਰਦੇ ਆ ਕਿਸੇ ਦੀ, ਕੋਈ ਮਾੜੀਆਂ ਚੀਜ਼ਾਂ ਦੂਸਰੇ ਦੇ ਵਿੱਚ ਵੇਖਦੇ ਆ, ਉਹ ਸਾਡੇ ਅੰਦਰ ਉਹ ਮਾੜੀਆਂ ਚੀਜ਼ਾਂ ਇਕੱਤਰ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੰਸਾਰ ਦੇ ਉੱਪਰ ਅਸੀਂ ਵੇਖਦੇ ਆ ਬਹੁਤ ਜ਼ਿਆਦਾ ਨਿੰਦਕ ਜਿਹੜੇ ਮਨੁੱਖ ਨੇ, ਉਹ ਹੌਲੀ ਹੌਲੀ ਐਸਾ ਸਮਾਂ ਆਉਂਦਾ ਉਹਨਾਂ ਦੇ ਅੰਦਰ ਸਾਰੀਆਂ ਜਿਹੜੀਆਂ ਊਣਤਾਈਆਂ ਨੇ ਉਹ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਧਿਆਨ ਕੇਂਦਰਿਤ ਕਰ ਲਿਆ ਉਹਨਾਂ ਵੱਲ, ਮਾੜੀਆਂ ਚੀਜ਼ਾਂ ਵੱਲ, ਦੂਸਰਿਆਂ ਦੇ ਵਿੱਚ ਨੁਕਸ ਕੱਢਣ ਵੱਲ ਜਦੋਂ ਧਿਆਨ ਕੇਂਦਰਿਤ ਕਰ ਲਿਆ, ਮਾੜੀ ਚੀਜ਼ ਨੂੰ ਗ੍ਰਹਿਣ ਕਰਨ ਦਾ, ਮਾੜੀ ਚੀਜ਼ ਵੱਲ ਧਿਆਨ ਕਰ ਲਿਆ ਜਦੋਂ, ਉਹ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪ ਦੇ ਅੰਦਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਇਹ ਸਾਧੋ ਗੋਬਿੰਦ ਕੇ ਗੁਣ ਗਾਓ, ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ। ਜਦੋਂ ਗਾਓਗੇ, ਵਾਰ-ਵਾਰ ਗਾਓਗੇ, ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣ ਤੁਹਾਡੇ ਅੰਦਰ ਪੈਦਾ ਹੋਣੇ ਸ਼ੁਰੂ ਹੋ ਜਾਣਗੇ। ਹੌਲੀ ਹੌਲੀ ਗੁਣ ਗ੍ਰਹਿਣ ਕਰਦਿਆਂ ਔਗਣਾਂ ਦਾ ਤਿਆਗ ਕਰਦਿਆਂ ਇੱਕ ਦਿਨ ਐਸਾ ਆ ਜਾਏਗਾ, ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੇ।
ਜਿਹੜਾ ਗੁਣਾਂ ਨੂੰ ਗਾਉਣ ਲੱਗ ਪਿਆ, ਜਿਹੜਾ ਪਰਮੇਸ਼ਰ ਵਾਹਿਗੁਰੂ ਵੱਲ ਇਸ ਧਿਆਨ ਦੇ ਵਿੱਚ ਲੱਗ ਗਿਆ ਕਿ ਮੈਂ ਉਹਦੇ ਗੁਣਾਂ ਨੂੰ ਗਾਉਣਾ ਹੈ, ਉਹਦੀਆਂ ਕੁਆਲਿਟੀਜ਼ ਨੂੰ ਲੈ ਕਰਕੇ ਉਹਦੀ ਪੋਜ਼ਿਟਿਵਿਟੀ, ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਮੈਂ ਗਾਉਣਾ ਹੈ ਕਿ ਉਹ ਕਿਵੇਂ ਕਿਵੇਂ ਬਖਸ਼ਿਸ਼ਾਂ ਕਰਦਾ। ਤੇ ਜਦੋਂ ਸਾਧ ਸੰਗਤ ਜੀ ਫਿਰ ਹੌਲੀ ਹੌਲੀ ਹਿਰਦੇ ਅੰਦਰ ਸਾਡੇ ਅੰਦਰ ਆਉਣ ਲੱਗਣਗੇ, ਤੇ ਜਿੱਥੇ ਸਾਧ ਸੰਗਤ ਜੀ ਚਾਨਣਾ ਆ ਜਾਵੇ ਨਾ, ਉੱਥੇ ਫਿਰ ਹਨੇਰੇ ਨੂੰ ਡਾਂਗਾ ਮਾਰ ਕੇ ਨਹੀਂ ਭਜਾਉਣਾ ਪੈਂਦਾ, ਹਨੇਰਾ ਆਪਣੇ ਆਪ ਹੀ ਭੱਜਣਾ ਸ਼ੁਰੂ ਹੋ ਜਾਂਦਾ ਹੈ। ਉੱਥੇ ਫਿਰ ਗਿਆਨ ਦਾ ਚਾਨਣ ਹੋਣਾ ਪੈਦਾ ਸ਼ੁਰੂ ਹੋ ਜਾਂਦਾ ਹੈ, ਅਗਿਆਨਤਾ ਦਾ ਨਾਸ ਆਪਣੇ ਆਪ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰ ਦੇਣ, ਸਾਧੋ ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਦੇ ਗੁਣਾਂ ਨੂੰ ਗਾਉਣਾ ਕਰੋ, ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਕਹਿੰਦੇ ਹੈ ਸਾਧੋ ਮਾਨਸ ਜਨਮ ਜਿਹੜਾ ਹੈ ਬੜਾ ਅਮੋਲਕ ਹੈ। ਅਮੋਲਕ ਸਾਧ ਸੰਗਤ ਦੀ ਉਹ ਚੀਜ਼ ਹੁੰਦੀ ਜਿਹਦਾ ਕੋਈ ਮੁੱਲ ਨਾ ਹੋਵੇ, ਜਿਹਦਾ ਕੋਈ ਮੁੱਲ ਨਾ ਪਾਇਆ ਜਾ ਸਕੇ। ਇਸ ਸੰਸਾਰ ਦੇ ਵਿੱਚ ਇੰਨੇ ਪਦਾਰਥ ਨੇ, ਪਦਾਰਥ ਸਾਰੇ ਦੇ ਕਰਕੇ ਵੀ ਇਹ ਸਾਧ ਸੰਗਤ ਦੀ ਮਨੁੱਖਾ ਦੇਹੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ ਹੈ ਬਾਰ, ਜਿਉ ਬਨ ਫਲ ਪਾ ਕੇ ਭੋਏ ਗਰੇ, ਬਹੁਰ ਨਾ ਲਾਗੇ ਡਾਰ। ਕਹਿੰਦੇ ਜੰਗਲ ਦੇ ਵਿੱਚ ਫਲ ਲੱਗਦੇ ਆ ਨਾ, ਰੁੱਖ ਨੂੰ ਫਲ ਲੱਗਦਾ ਹੈ ਤੇ ਫਲ ਪੱਕ ਜਾਂਦਾ ਹੈ ਤੇ ਆਪਣੇ ਆਪ ਥੱਲੇ ਡਿੱਗ ਜਾਂਦਾ ਹੈ। ਤੇ ਕਹਿੰਦੇ ਕੋਈ ਐਸੀ ਕੋਈ ਕਿਰਿਆ ਨਹੀਂ ਜਾਂ ਕੋਈ ਐਸੀ ਤਾਕਤ ਨਹੀਂ ਕਿ ਉਹ ਫਲ ਜਿਹੜਾ ਇੱਕ ਵਾਰੀ ਥੱਲੇ ਡਿੱਗ ਗਿਆ ਉਹ ਵਾਪਸ ਉਸ ਦਰਖਤ ਨੂੰ ਲੱਗ ਸਕੇ ਜਿਹੜਾ ਇੱਕ ਵਾਰੀ ਡਿੱਗ ਗਿਆ, ਥੱਲੇ ਡਿੱਗ ਗਿਆ। ਸੋ ਇਸੇ ਤਰ੍ਹਾਂ ਦੇ ਨਾਲ ਇਹ ਸਾਧ ਸੰਗਤ ਦੀ ਮਨੁੱਖਾ ਦੇਹੀ ਹੈ। ਇਹ ਇੱਕ ਵਾਰੀ ਚਲੀ ਗਈ, ਪੌੜੀ ਛੁੜਕੀ, ਫਿਰ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ। ਫਿਰ ਇੱਕ ਵਾਰੀ ਸਾਡੇ ਕੋਲ ਇਹ ਲੰਘ ਗਈ ਤੇ ਫਿਰ ਦੁਬਾਰੇ ਹੱਥ ਨਹੀਂ ਆਉਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੁਰੂ ਕਲਗੀਧਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੰਦਰ ਸਾਡੇ ਤੇ ਬਖਸ਼ਿਸ਼ ਕਰ ਦਿੱਤੀ ਕਿ ਭਾਈ ਵੇਖ, ਸਵੇਰ ਤੋਂ ਮਨੁੱਖ ਜਾਂਦਾ ਹੈ, ਕੰਮ ਕਾਜ ਕਰਦਾ ਹੈ, ਰਾਤ ਤਾਂ ਸੋਵੇ ਦਿਨ ਕਰਹਿ ਕਾਮ, ਇੱਕ ਖਿਨ ਲੇਹ ਨ ਹਰਿ ਕੋ ਨਾਮ। ਕਹਿੰਦੇ ਦਿਨੇ ਕੰਮ ਕਰਦਾ, ਰਾਤ ਨੂੰ ਸੁੱਤਾ ਰਹਿੰਦਾ ਹੈ, ਫਿਰ ਸਾਰੀ ਦਿਹਾੜੀ ਕੰਮ ਕਰਦਾ, ਸ਼ਾਮ ਨੂੰ ਵਾਪਸ ਆਉਂਦਾ, ਫਿਰ ਹਿਸਾਬ ਕਿਤਾਬ ਲਾਉਂਦਾ, ਅੱਜ ਇੰਨਾ ਕੁ ਖੱਟਿਆ, ਇੰਨਾ ਕੁ ਗਵਾਇਆ, ਇੰਨਾ ਕੁ ਪ੍ਰੋਫਿਟ ਹੋ ਗਿਆ, ਇੰਨਾ ਕੁ ਲਾਸ ਹੋ ਗਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ, ਕਹਿੰਦੇ ਭਾਈ ਗੁਰੂ ਕੇ ਸਿੱਖੋ, ਰਹਿਰਾ ਸਾਹਿਬ ਜੀ ਦਾ ਪਾਠ ਸ਼ਾਮ ਨੂੰ ਜ਼ਰੂਰ ਕਰਿਆ ਕਰੋ। ਸਾਰੀ ਦਿਹਾੜੀ ਤੁਹਾਡੇ ਵਿੱਚ ਬਹੁਤ ਸਾਰੇ ਉਤਰਾ ਚੜਾ ਆਉਂਦੇ ਕੰਮਾਂ ਕਾਜਾਂ ਦੇ ਵਿੱਚ, ਸੰਸਾਰ ਵਿੱਚ ਵਿਚਰਦਿਆਂ ਹੋਇਆਂ ਬੜਾ ਕੁਝ ਤੁਹਾਨੂੰ ਵੇਖਣਾ ਪੈਂਦਾ ਹੈ, ਪਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਾਮ ਨੂੰ ਆ ਕਰਕੇ ਬਚਨ ਪੜੋਗੇ ਨਾ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਉ ਭਰਿਆ, ਸੈਲ ਪੱਥਰ ਮੈਂ ਜੰਤੂ ਪਾਏ, ਤਾ ਕਰਜ ਆਗੇ ਕਰ ਧਰਿਆ। ਫਿਰ ਤੈਨੂੰ ਕੁਝ ਨਾ ਕੁਝ ਸ਼ਾਂਤੀ ਪ੍ਰਾਪਤ ਹੋਏਗੀ ਕਿ ਮਨਾ ਤੂੰ ਕਾਹ ਤੋਂ ਭੱਜਾ ਫਿਰਦਾ, ਦੌੜਿਆ ਫਿਰਦਾ। ਜਿਹੜੇ ਪਰਮੇਸ਼ਰ ਵਾਹਿਗੁਰੂ ਨੇ ਪੱਥਰਾਂ ਦੇ ਵਿੱਚ ਕੀੜੇ ਪੈਦਾ ਕੀਤੇ, ਉਹਨਾਂ ਨੂੰ ਵੀ ਉਹ ਰੋਜੀ ਦਿੰਦਾ, ਤੂੰ ਕਿਉਂ ਐਵੇਂ ਡਰਦਾ ਫਿਰਦਾ। ਫਿਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰੋਜ਼ ਚੇਤਾ ਕਰਾਉਂਦੇ ਹਨ। ਆਪਾਂ ਸਤਿਗੁਰੂ ਜੀ ਦੇ ਪਾਵਨ ਬਚਨ ਪੜ੍ਹਦੇ ਆ, ਪਰ ਕਈ ਵਾਰ ਸਾਧ ਸੰਗਤ ਦੀ ਵਾਰ-ਵਾਰ ਪੜ੍ਹਨ ਦੇ ਨਾਲ ਇਮਿਊਨ ਵੀ ਹੋ ਜਾਂਦਾ। ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਇਮਿਊਨਿਟੀ ਲੈਵਲ ਵੱਧ ਗਿਆ ਜੀ, ਹੁਣ ਇਹ ਵਾਇਰਸ ਦਾ ਅਸਰ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਦੇ ਨਾਲ ਸਾਡੀ ਵੀ ਇਮਿਊਨਿਟੀ ਕੁਝ ਵੱਧ ਗਈ, ਐਸੀ ਵੀ ਬਾਣੀ ਪੜ੍ਹ ਕੇ ਕਈ ਵਾਰ ਅਸਰ ਨਹੀਂ ਹੁੰਦਾ। ਸਤਿਗੁਰੂ ਜੀ ਦੇ ਰੋਜ਼ ਆਪਾਂ ਬਚਨ ਪੜ੍ਹਦੇ ਹਨ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਹਿੰਦੇ ਕੰਮ ਕਾਜ ਤਾਂ ਬੜੇ ਕਰੀ ਜਾਂਦਾ, ਸਾਰੀ ਦਿਹਾੜੀ ਭੱਜਾ ਫਿਰਦਾ ਹੈ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿੰਦੇ ਇਹੋ ਹੀ ਤੇਰੇ ਕੰਮ ਆਉਣ ਵਾਲਾ ਹੈ। ਰੋਜ਼ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਚੇਤਾ ਕਰਾਉਂਦੇ ਆ। ਤੇ ਜੇ ਸਾਧ ਸੰਗਤ ਜੀ ਕਿਤੇ ਇੱਥੇ ਹੀ ਮਨ ਖਲੋ ਜੇ ਨਾ,
ਵੀ ਹਾਂ ਜਿਹੜਾ ਮਨੁੱਖਾ ਦੇਹੀ ਆ ਇਹ ਭਈ ਪ੍ਰਾਪਤ ਮਾਨਕ ਦੇਹਰੀ ਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਇਹ ਪਰਮੇਸ਼ਰ ਨੂੰ ਮਿਲਣ ਵਾਸਤੇ ਤੇਰੀ ਵਾਰੀ ਆ, ਇਹ ਤੇਰੇ ਕੋਲ ਸੁਨਹਿਰੀ ਮੌਕਾ ਹੈ ਪਰਮੇਸ਼ਰ ਨੂੰ ਮਿਲਣ ਦਾ। ਨਹੀਂ ਤਾਂ ਫਿਰ 84 ਲੱਖ ਦੇ ਵਿੱਚ ਸਾਧ ਸੰਗਤ ਉਹ ਵਾਪਸ ਚਲਾ ਜਾਏਗਾ। ਪੁਰਾਣੇ ਬਜ਼ੁਰਗ ਜਾਣਦੇ ਨੇ, ਖੂਹ ਦੀਆਂ ਟਿੰਡਾਂ ਹੋਇਆ ਕਰਦੀਆਂ, ਉਹ ਭਰੀਆਂ ਆਉਂਦੀਆਂ ਥੱਲਿਓਂ ਉੱਪਰ ਆ ਕੇ ਖਾਲੀ ਹੋ ਜਾਂਦੀਆਂ, ਬਿਲਕੁਲ ਐਨ ਕੰਢੇ ਤੇ ਆ ਕੇ ਖਾਲੀ ਹੋ ਜਾਂਦੀਆਂ ਤਾਂ ਫਿਰ ਥੱਲੇ ਨੂੰ ਚਲੀਆਂ ਜਾਂਦੀਆਂ, ਫਿਰ ਉਸੇ ਗੇੜੇ ਦੇ ਵਿੱਚ। ਸੋ ਇਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਸਾਡਾ ਮਨੁੱਖਾ ਦੇਹੀ ਸਤਿਗੁਰੂ ਜੀ ਕਹਿੰਦੇ ਨੇ ਇਹ ਭਾਈ ਤੈਨੂੰ ਪ੍ਰਾਪਤ ਹੋਈ ਹੈ ਨਾ, ਇਹਨੂੰ ਸਮਝ ਲੈ ਤੇ ਗੌਰ ਕਰ ਲੈ। ਇਹ ਬੜੀ ਅਮੋਲਕ, ਇਹ ਕਿਸੇ ਤਰੀਕੇ ਨਾਲ ਤੈਨੂੰ ਪ੍ਰਾਪਤ ਨਹੀਂ ਹੋ ਸਕਦੀ। ਇਹਦੇ ਵਾਸਤੇ ਕੋਈ ਯਤਨ ਨਹੀਂ ਹੋ ਸਕਦਾ ਕਿ ਸੰਸਾਰ ਦੀ ਸਾਰੀ ਮਾਇਆ ਵੀ ਦਿੱਤੀ ਜਾਵੇ ਤਾਂ ਵੀ ਕਵੇ ਵੀ ਹਾਂ ਮੈਨੂੰ ਸ਼ਾਇਦ ਮਨੁੱਖਾ ਦੇਹੀ ਪ੍ਰਾਪਤ ਹੋ ਜਾਵੇ। ਮਨੁੱਖਾ ਦੇਹੀ ਤਾਂ ਬਹੁਤ ਵੱਡੀ ਗੱਲ ਹੈ, ਇੱਕ ਸਵਾਸ ਵੀ ਨਹੀਂ ਵੱਧਦਾ। ਨਣ ਕਾਲੇ ਸਭ ਦਿਵਸ ਸਾਸ ਨਹਿ ਵੱਢਣ ਘਟਨ ਤਿਲ ਸਾਰ, ਫਿਰ ਇੱਕ ਵੀ ਨਹੀਂ ਸਵਾਸ ਵੱਧਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸਾਨੂੰ ਕਿ ਭਾਈ ਇਹ ਮਨ ਦੇ ਵਿੱਚ ਧਾਰਨ ਕਰ ਲਓ, ਇਹਨੂੰ ਸਮਝ ਲਓ ਚੰਗੀ ਤਰ੍ਹਾਂ ਇਸ ਗੱਲ ਨੂੰ। ਮਾਨਸ ਜਨਮ ਅਮੋਲਕ ਪਾਇਓ, ਇਹਨੇ ਮਾਨਸ ਜਨਮ ਇੰਨਾ ਵੱਡਾ ਅਮੋਲਕ ਪਾ ਕੇ ਬਿਰਥਾ ਕਾਹੇ ਗਵਾਵੋ, ਕਹਿੰਦੇ ਬਿਰਥਾ ਕਿਉਂ ਗਵਾਈ ਜਾਣਾ। ਇਹਦੇ ਵੱਲ ਧਿਆਨ ਕਰ, ਜਰਾ ਸੋਚ ਜਾਗ ਕੇ ਕਿਹੜੇ ਕੰਮ ਵਾਸਤੇ ਆਇਆ ਤੇ ਕਿਹੜਾ ਕੰਮ ਕਰ ਰਿਹਾ ਹੈ। ਤੇ ਫਿਰ ਸਿੱਖਾਂ ਨੇ ਬੇਨਤੀ ਕੀਤੀ ਹੋਣੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਰਨਾ ਕੀ ਚਾਹੀਦਾ, ਕਿਰਪਾ ਕਰੋ ਫਿਰ ਸਾਡਾ ਕਿਸ ਤਰ੍ਹਾਂ ਸਫਲ ਹੋ ਜਾਵੇ, ਕੋਈ ਰਸਤਾ ਵੀ ਦੱਸੋ ਫਿਰ ਵੀ ਕਿਵੇਂ ਹੁਣ ਸਾਡੇ ਤੇ ਬਖਸ਼ਿਸ਼ ਹੋਵੇ। ਰਹਾਓ ਠਹਿਰਾ ਕਰਕੇ ਸਾਧ ਸੰਗਤ ਰਹਾਓ ਦਾ ਮਤਲਬ ਹੁੰਦਾ ਕਿ ਜਿਸ ਪੰਕਤੀਆਂ ਦੇ ਵਿੱਚ ਸੈਂਟਰਲ ਆਈਡੀਆ ਆਫ ਦਾ ਸ਼ਬਦ ਕਹਿ ਲਈਏ ਕਿ ਉਹਦੇ ਵਿੱਚ ਮੇਨ ਤਾਤਪਰਜ ਜਿਹੜੇ ਸ਼ਬਦ ਦਾ ਹੋਵੇ ਉਹਨਾਂ ਪੰਕਤੀਆਂ ਦੇ ਪਿੱਛੇ ਰਹਾਓ ਲਿਖਿਆ ਹੁੰਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸੇ ਗੱਲ ਤੇ ਜ਼ੋਰ ਦੇ ਰਿਹਾ ਕਿ ਸਾਧੂ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ ਰਹਾਓ। ਭਾਵ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਦ੍ਰਿੜ ਕਰਾਉਣਾ ਚਾਹੁੰਦੇ ਆ ਤੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਦੱਸਦੇ ਆ ਕਿ ਕੀ ਕਰਨਾ ਚਾਹੀਦਾ ਹੈ। ਰਹਾਉ ਪਤਿਤ ਪੁਨੀਤ ਦੀਨ ਬੰਧ ਹਰ। ਹਾਂਜੀ, ਪਤਿਤ ਪੁਨੀਤ, ਜਿਹੜੇ ਪਤਿਤ ਨੇ ਉਹਨਾਂ ਨੂੰ ਪੁਨੀਤ ਕਰਨ ਵਾਲਾ ਹੈ, ਜਿਹੜੇ ਬਿਲਕੁਲ ਪਤਿਤ ਹੋ ਚੁੱਕੇ ਉਹਨਾਂ ਨੂੰ ਵੀ ਪੁਨੀਤ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ। ਦੀਨ ਬੰਧ, ਤੋ ਦੀਨ ਜਿਹੜੇ ਬਿਲਕੁਲ ਗਰੀਬ ਨੇ, ਬਿਲਕੁਲ ਦੀਨਹੀਨ ਨੇ, ਉਹਨਾਂ ਦਾ ਦੀਨਾ ਬੰਧੂ ਹੈ, ਉਹਨਾਂ ਦਾ ਸੰਬੰਧੀ ਹੈ ਹਰ ਵਾਹਿਗੁਰੂ। ਸਰਨ ਤਾਹੇ ਤੁਮ ਆਵੋ, ਕਹਿੰਦੇ ਜੇ ਚਾਹੁੰਦੇ ਜੇ ਕਿ ਤੁਹਾਡੀ ਕਲਿਆਣ ਹੋ ਜਾਵੇ, ਤੁਹਾਡਾ ਮਨੁੱਖਾ ਜਨਮ ਸਫਲ ਹੋ ਜਾਵੇ ਤਾਂ ਫਿਰ ਉਸ ਵਾਹਿਗੁਰੂ ਜੀ ਦੀ ਸ਼ਰਨ ਆ ਜਾਓ। ਤੇ ਸਾਧ ਸੰਗਤ ਦੀ ਸ਼ਰਨ ਆਉਣ ਵਾਸਤੇ ਕੁਝ ਸ਼ਰਤਾਂ ਹੁੰਦੀਆਂ ਕਿ ਜੇ ਸ਼ਰਨ ਦੇ ਵਿੱਚ ਆਏ ਆ ਤਾਂ ਪੂਰਨ ਤੌਰ ਤੇ ਸਰੈਂਡਰ ਕਰਨਾ ਪੈਂਦਾ, ਆਪਣੇ ਆਪ ਨੂੰ ਬਿਲਕੁਲ ਉਹ ਦੱਸਣਾ ਪੈਂਦਾ ਕਿ ਹਾਂ ਮਹਾਰਾਜ ਮੈਂ ਨਾਹੀ, ਕਛ ਹਉ ਨਹੀਂ, ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਵੀ ਮਹਾਰਾਜ ਇਹ ਹੁਣ ਲਾਜ ਰੱਖ ਲਓ। ਤੇ ਮਹਾਰਾਜ ਕਹਿੰਦੇ ਵੀ ਇਹ ਗਰੰਟੀ ਵੀ ਆ, ਜਿਹੜਾ ਸ਼ਰਨ ਆਵੇ ਉਹਦੀ ਫਿਰ ਲਾਜ ਰੱਖਦਾ ਵੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਆ ਕਿ ਭਾਈ ਜਿਹੜਾ ਵੀ ਸ਼ਰਨ ਦੇ ਵਿੱਚ ਆਏਗਾ ਨਾ ਉਹਨੂੰ ਕੀ ਕਰੇਗਾ, ਸ਼ਰਨ ਤਾਹੇ ਤੁਮ ਆਵੋ। ਜੇ ਤੁਸੀਂ ਸ਼ਰਨ ਦੇ ਵਿੱਚ ਆ ਜਾਓਗੇ ਅਨੁਮੈ ਕਰਕੇ ਇਹਦਾ ਅਰਥ ਫਿਰ ਬਣੇਗਾ ਪਤਿਤ ਪੁਨੀਤ, ਤੁਹਾਨੂੰ ਪਤਿਤਾਂ ਨੂੰ ਵੀ ਉਹ ਪੁਨੀਤ ਕਰ ਦੇਗਾ, ਦੀਨਾ ਬੰਧੂ ਬਣ ਜਾਏਗਾ ਜੇ ਤੁਸੀਂ ਵਾਹਿਗੁਰੂ ਦੀ ਸ਼ਰਨ ਆ ਜਾਓਗੇ। ਉਦਾਹਰਣ ਦਿੰਦੇ, ਐਗਜ਼ਾਮਪਲ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ ਵੀ ਕਿਸੇ ਨੇ ਸ਼ਰਨ ਫੜੀ ਤੇ ਉਹਦਾ ਕਿਵੇਂ ਉਧਾਰ ਹੋਇਆ। ਗੱਜ ਕੋ ਤਰਾਸ ਮਿਟਿਓ ਜਿਹ ਸਿਮਰਤ, ਤੁਮ ਕਾਹੇ ਬਿਸਰਾਵੋ। ਸਾਧ ਸੰਗਤ ਜੀ, ਗੱਜ ਨਾਮ ਹੈ ਹਾਥੀ ਦਾ।
ਇਹ ਪਟਨਾ ਸਾਹਿਬ ਤੋਂ 8 ਕੋਹ ਤੇ ਅਸਥਾਨ ਹੈ, ਜਿੱਥੇ ਇੱਕ ਤਲਾਬ ਦੇ ਵਿੱਚ ਹਾਥੀ ਸਾਧ ਸੰਗਤ ਜੀ ਆਇਆ। ਉਹ ਪਾਣੀ ਪੀਣ ਵਾਸਤੇ ਹਾਥੀ ਉਹ ਤਲਾਬ ਦੇ ਵਿੱਚ ਵੜਿਆ ਤੇ ਅੱਗੇ ਤਲੂਆ ਜਿਹੜਾ ਸੀ ਆਪਣੀਆਂ ਤਾਰਾਂ ਫੈਲਾ ਕਰਕੇ ਬੈਠਾ ਹੋਇਆ ਸੀ। ਤੇ ਜਦੋਂ ਹਾਥੀ ਥੋੜਾ ਜਿਹਾ ਪਾਣੀ ਪੀਣ ਵਾਸਤੇ ਉਸ ਤਲਾਬ ਦੇ ਵਿੱਚ ਵੜਿਆ ਤੇ ਉਹਨੇ ਆਪਣੀਆਂ ਤਾਰਾਂ ਪਾ ਕਰਕੇ ਇਹਨੂੰ ਖਿੱਚ ਲਿਆ। ਇੱਕਦਮ ਅਚਾਨਕ ਇਹ ਆਫਤ ਜਦੋਂ ਆ ਗਈ ਤੇ ਸਾਧ ਸੰਗਤ ਜੀ ਫਿਰ ਇਹਨੂੰ ਕੋਈ ਸੁਝਿਆ ਨਹੀਂ। ਉੱਥੇ ਉਸੇ ਤਲਾਬ ਦੇ ਵਿੱਚ ਸਾਧ ਸੰਗਤ ਜੀ ਇੱਕ ਪੁੱਲ ਰੁੜਦਾ ਜਾ ਰਿਹਾ ਸੀ। ਇਹਨੇ ਆਪਣੀ ਸੁੰਡ ਦੇ ਵਿੱਚ ਲੈ ਕਰਕੇ ਪਰਮੇਸ਼ਰ ਵਾਹਿਗੁਰੂ ਨੂੰ ਪੁਕਾਰ ਕੀਤੀ ਹੈ। ਪੁਕਾਰ ਕਰਕੇ ਕਿਹਾ ਕਿ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀਓ ਮੈਨੂੰ ਰੱਖਣਾ ਕਰੋ। ਇਹ ਹੁਣ ਕਵਾਂਗੇ ਕਿ ਉਹ ਬੋਲਿਆ। ਸਾਧ ਸੰਗਤ ਜੀ ਬੋਲਣ ਦੀ ਨਹੀਂ ਲੋੜ ਹੁੰਦੀ, ਇਹ ਭਾਵਨਾ ਹੁੰਦੀ ਹੈ। ਇੱਕ ਹੈ ਸਾਡੇ ਸਰੀਰ ਦੁਆਰਾ ਐਕਸ਼ਨ, ਅਸੀਂ ਤੁਰਦੇ ਹਾਂ, ਬੈਠਦੇ ਹਾਂ, ਹੱਥ ਚਲਾਉਣੇ, ਪੈਰ ਚਲਾਉਣੇ। ਦੂਸਰਾ ਹੈਗਾ ਉਸ ਤੋਂ ਅੱਗੇ ਬੋਲਣਾ। ਬੋਲਣ ਤੋਂ ਅੱਗੇ ਹੈਗੇ ਵਿਚਾਰ, ਜਿਹੜੇ ਸਾਡੇ ਮਨ ਦੇ ਵਿੱਚ ਵਿਚਾਰ ਚੱਲਦੇ। ਵਿਚਾਰ ਤੋਂ ਅੱਗੇ ਜਾ ਕਰਕੇ ਹੈਗੀ ਭਾਵਨਾ। ਸਾਡੀ ਭਾਵਨਾ ਕੁਝ ਹੋਰ ਹੁੰਦੀ ਹੈ, ਅਸੀਂ ਮੂੰਹ ਤੋਂ ਬੋਲ ਕੇ ਕੁਝ ਹੋਰ ਕਹਿ ਰਹੇ ਹੁੰਦੇ ਹਾਂ। ਭਾਵਨਾ ਅੰਦਰ ਲੁਕੋਈ ਹੈ, ਠੀਕ ਹੈ ਜੀ। ਫਿਰ ਅਸੀਂ ਵਿਚਾਰ ਕੁਝ ਹੋਰ ਕਰ ਰਹੇ ਹਾਂ, ਪਰ ਸਾਡੀ ਭਾਵਨਾ ਅੰਦਰ ਕੁਝ ਹੋਰ ਹੁੰਦੀ ਹੈ, ਉਹ ਉਦੋਂ ਪਿੱਛੇ ਬੈਠੀ ਹੋਈ ਹੈ। ਸੋ ਇਹ ਭਾਵਨਾ ਹੁੰਦੀ ਸਾਧ ਸੰਗਤ ਜੀ, ਜਿਹੜੀ ਪਿੱਛੇ ਭਾਵਨਾ ਜਿਹੜੀ ਹੈ ਪਰਮੇਸ਼ਰ ਉਹਨੂੰ ਜਾਣਦਾ ਹੈ। ਮੁੱਖੋਂ ਆਪਾਂ ਵਚਨ ਬੋਲ ਕਰਕੇ ਅਰਦਾਸ ਕੀ ਕਰਦੇ ਆ ਉਹ ਇੱਕ ਵੱਖਰਾ ਵਿਸ਼ਾ ਹੈ, ਪਰ ਜਿਹੜੀ ਭਾਵਨਾ ਅੰਦਰ ਹੈ ਸਾਡੀ, ਜਿਹਨੂੰ ਇੰਟੈਂਸ਼ਨ ਕਹਿ ਸਕਦੇ ਆ ਆਪਾਂ, ਉਹ ਜਿਹੜੀ ਹੈ ਉਹ ਪਰਮੇਸ਼ਰ ਦੇ ਦਰ ਤੇ ਸੁਣੀ ਜਾਂਦੀ। ਉਹ ਫਿਰ ਪਰਮੇਸ਼ਰ ਵਾਹਿਗੁਰੂ ਸੁਣਦਾ ਹੈ। ਸੋ ਇਸੇ ਤਰ੍ਹਾਂ ਦੇ ਨਾਲ ਇਸ ਹਾਥੀ ਨੇ ਸਾਧ ਸੰਗਤ ਦੀ ਪੁਕਾਰ ਕੀਤੀ ਆਪਣੇ ਮਨ ਦੇ ਵਿੱਚ ਕਿ ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਰੱਖ ਨਹੀਂ ਸਕਦਾ, ਰੱਖੋ ਹੁਣ। ਉਸ ਸਮੇਂ ਤੇ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਤੱਕਣ ਕਰਕੇ ਬੈਕੁੰਠ ਧਾਮ ਤੋਂ ਸਾਧ ਸੰਗਤ ਜੀ ਇਹ ਸੁਦਰਸ਼ਨ ਚੱਕਰ ਛੱਡ ਕਰਕੇ ਤਲੂਏ ਦੀਆਂ ਤਾਰਾਂ ਕੱਟੀਆਂ ਤੇ ਉਹ ਹਾਥੀ ਨੂੰ ਉਬਾਰਿਆ, ਹਾਥੀ ਨੂੰ ਬਚਾਇਆ। ਕਿਉਂ ਬਚਾਇਆ? ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਉਹਨੂੰ ਇਹ ਰੱਖ ਲੈਂਦੇ ਆ। ਕਸ਼ਮੀਰੀ ਪੰਡਤ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ, ਸਤਿਗੁਰੂ ਜੀ ਨੇ ਕਿਰਪਾ ਕਰਕੇ ਰੱਖਿਆ ਕਰਨਾ ਕੀਤੀ ਹੈ। ਇਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਸਮਾਂ ਥੋੜਾ ਘੱਟ ਹੈ, ਬੜੀਆਂ ਸਾਖੀਆਂ ਸਿੱਖ ਇਤਿਹਾਸ ਦੇ ਵਿੱਚ ਵੀ ਆਉਂਦੀਆਂ। ਕਸੂਰ ਦਾ ਜਿਹੜਾ ਸਾਧ ਸੰਗਤ ਜੀ ਸੂਬੇਦਾਰ ਸੀ, ਉਹ ਇੱਕ ਬ੍ਰਾਹਮਣ ਦੀ ਘਰਵਾਲੀ ਨੂੰ ਚੁੱਕ ਕਰਕੇ ਲੈ ਗਿਆ। ਉਹਨੇ ਜਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਫਰਿਆਦ ਕੀਤੀ। ਉਸ ਸਮੇਂ ਤੇ ਹਰੀ ਸਿੰਘ ਜੀ ਭੰਗੀ ਸਨ। ਉਸ ਸਥਾਨ ਤੇ ਗੁਰਸਿੱਖਾਂ ਨਾਲ ਗੁਰਮਤਾ ਕੀਤਾ, ਭਾਈ ਇਹ ਸ਼ਰਨ ਦੇ ਵਿੱਚ ਆਇਆ ਹੈ, ਖਾਲਸੇ ਦੀ ਸ਼ਰਨ ਪਕੜੀ ਹੈ ਇਹਨੇ। ਤੇ ਉੱਥੇ ਬੜੀਆਂ ਵਿਚਾਰਾਂ ਹੋਈਆਂ, ਕਹਿੰਦੇ ਜੀ ਇਹਦੀ ਘਰਵਾਲੀ ਵਾਸਤੇ ਕਿੰਨੇ ਕੁ ਸਿੰਘਾਂ ਦੀ ਆਪਾਂ ਸ਼ਹੀਦੀ ਦੇ ਸਕਦੇ ਹਾਂ। ਪਰ ਉੱਥੇ ਸਾਧ ਸੰਗਤ ਦੀ ਮੁੱਖ ਗੱਲ ਇਹ ਹੋਈ ਕਿ ਭਾਈ ਜੇ ਖਾਲਸੇ ਦੀ ਸ਼ਰਨ ਦੇ ਵਿੱਚ ਆਇਆ ਕਿਸੇ ਦਾ ਬਚਾਅ ਨਹੀਂ ਹੋ ਸਕਦਾ ਤੇ ਉਹ ਕਿੱਥੇ ਜਾਏਗਾ? ਖਾਲਸੇ ਨੂੰ ਜਿਹੜਾ ਕੋਈ ਸ਼ਰਨ ਦੇ ਵਿੱਚ ਆਇਆ ਉਹਦੀ ਮਦਦ ਕਰਨੀ ਚਾਹੀਦੀ ਹੈ। ਉਸ ਵੇਲੇ ਫਿਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਹੁਕਮਨਾਮਾ ਲੈ ਕਰਕੇ ਗੁਰੂ ਕੇ ਸਿੱਖਾਂ ਨੇ ਗੁਰਮਤਾ ਕੀਤਾ ਸੀ ਕਿ ਹੁਕਮਨਾਮਾ ਲੈ ਕਰਕੇ ਆਪਾਂ ਕਸੂਰ ਤੇ ਚੜ੍ਹਾਈ ਕਰਨੀ ਹੈ। ਉਸ ਸਮੇਂ ਵੱਖਰੇ ਵੱਖਰੇ ਇਤਿਹਾਸਕਾਰ ਦੱਸਦੇ ਆ। ਇੱਕ ਦੱਸਦੇ ਆ ਕਿ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਬਸੰਤ ਕੀ ਵਾਰ ਦੇ ਵਿੱਚ 1193 ਅੰਗ ਤੇ ਇਹ ਹੁਕਮਨਾਮਾ ਆਇਆ ਸੀ। ਤੋ ਗੁਰੂ ਕੇ ਸਿੱਖਾਂ ਦੇ ਵਿੱਚ ਬੜਾ ਚਾਅ ਚੜਿਆ ਕਿ ਹਾਂ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕਰ ਦਿੱਤੀ ਹੈ, ਸਾਡੀ ਹੁਣ ਜਿੱਤ ਤਾਂ ਯਕੀਨੀ ਹੈ, ਹੁਣ ਤਾਂ ਅਸੀਂ ਜਾ ਕੇ ਬਸ ਇੱਕ ਆਪਣਾ ਕਾਰਜ ਹੀ ਕਰਨਾ ਹੈ। ਤੋ ਉਸ ਸਮੇਂ ਸਾਧ ਸੰਗਤ ਜੀ ਉਸ ਕਸੂਰ ਦੇ ਉੱਤੇ ਗੁਰੂ ਕੇ ਸਿੱਖਾਂ ਨੇ ਚੜ੍ਹਾਈ ਕਰਕੇ ਉਹ ਬ੍ਰਾਹਮਣ ਦੀ ਘਰਵਾਲੀ ਨੂੰ ਵੀ ਬਚਾਇਆ, ਸ਼ਰਨ ਦੀ ਰਕਸ਼ਾ ਕੀਤੀ ਤੇ ਹੋਰ ਵੀ ਬਹੁਤ ਸਾਰਾ ਮਾਲ ਅਸਬਾਬ ਸਿੰਘਾਂ ਨੇ ਹੱਥ ਉੱਥੋਂ ਲੱਗਾ ਸੀ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਭਾਈ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਪਰਮੇਸ਼ਰ ਦੇ, ਉਹ ਤੇ ਕਿਰਪਾ ਹੋ ਜਾਂਦੀ ਹੈ। ਤੇ ਸ਼ਰਨ ਆਉਣ ਦਾ ਸਭ ਤੋਂ ਵੱਡਾ ਕੰਡੀਸ਼ਨ ਕੀ ਹੈ ਕਿ ਸਰੈਂਡਰ ਕਰ ਦੇਣਾ ਪੂਰਨ ਤੌਰ ਤੇ ਕਿ ਮਹਾਰਾਜ ਮੇਰੇ ਕੋਲ ਨਹੀਂ ਕੋਈ, ਨਾ ਤਾਂ ਮੇਰੀ ਬਲ ਸਰੀਰ ਦਾ ਕੋਈ ਹੈਗਾ ਮੇਰੇ ਕੋਲ, ਨਾ ਬੁੱਧੀ ਦਾ ਬਲ ਹੈ, ਨਾ ਹੋਰ ਕਿਸੇ ਤਰ੍ਹਾਂ ਦੇ ਨਾਲ ਮੇਰੇ ਕੋਲ ਕੁਝ ਹੈ। ਮੈਂ ਨਾ ਤਾਂ ਮੈਂ ਕੁਝ ਹਾਂ,
ਮੈਂ ਨਾਹੀ ਕਛ ਹਉ ਨਾਹੀ ਕਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਹੋ ਤਦਨਾ ਜਨ ਤੋਰਾ। ਇਹੋ ਅਰਦਾਸ ਜਦੋਂ ਕਰਦਾ ਹੈ ਗੁਰੂ ਕਾ ਸਿੱਖ, ਕੋਈ ਵੀ ਕਰਦਾ ਪਰਮੇਸ਼ਰ ਦੇ ਦਰ ਤੇ, ਫਿਰ ਉਹਦੀ ਰਕਸ਼ਾ ਕਰਦਾ ਹੈ। ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਪਿਛਲੀ ਪੰਕਤੀ ਦਾ ਆਪਾਂ ਅਰਥ ਕਰੀਏ ਪੂਰਾ। ਗੱਜ ਕੋ ਤਰਾਸ ਮਿਟਿਓ ਜਿਹ ਸਿਮਰਤ। ਕਹਿੰਦੇ ਗੱਜ ਨਾਮ ਹਾਥੀ ਦਾ, ਹਾਥੀ ਦੀ ਉਸ ਤਰ੍ਹਾਂ ਤਰਾਸ ਜਿਹੜੀ ਸੀ, ਜਿਹੜਾ ਉਹਦਾ ਭੈ ਸੀ, ਉਹ ਜਿਸ ਤਰ੍ਹਾਂ ਮਿਟਿਆ। ਤੰਦੂਏ ਤੋਂ ਪਰਮੇਸ਼ਰ ਵਾਹਿਗੁਰੂ ਨੇ ਤਾਰਾਂ ਕੱਟ ਕਰਕੇ ਬਚਾਇਆ। ਕਹਿੰਦੇ ਉਹਦੀ ਐਗਜ਼ਾਮਪਲ ਹੈ ਭਾਈ ਜਿਹੜਾ ਸ਼ਰਨ ਦੇ ਵਿੱਚ ਜਾਂਦਾ ਹੈ ਨਾ, ਉਹਦੀ ਰਕਸ਼ਾ ਹੁੰਦੀ ਹੈ। ਜਿਹ ਸਿਮਰਤ, ਜਿਹੜੇ ਸਿਮਰਨ ਕਰਨ ਦੇ ਨਾਲ, ਜਿਹਨੂੰ ਯਾਦ ਕਰਨ ਦੇ ਨਾਲ, ਤੁਮ ਕਾਹੇ ਬਿਸਰਾਵੋ। ਕਹਿੰਦੇ ਤੂੰ ਕਿਉਂ ਵਿਸਾਰ ਕੇ ਬੈਠਾ ਪਰਮੇਸ਼ਰ ਵਾਹਿਗੁਰੂ ਨੂੰ, ਤੂੰ ਕਿਉਂ ਨਹੀਂ ਯਾਦ ਕਰਦਾ? ਯਾਦ ਕਰ ਸਾਧੋ ਗੋਬਿੰਦ ਕੇ ਗੁਣ ਗਾਵੋ। ਉਹ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ, ਵਿਸਾਰਦੇ ਕਿਉਂ ਹੋ? ਤਜ ਅਭਿਮਾਨ ਮੋਹ ਮਾਇਆ ਫੁਨ। ਕਹਿੰਦੇ ਤਾਜ ਅਭਿਮਾਨ ਨੂੰ, ਆਪਣੇ ਨੂੰ ਛੱਡ ਕਰਕੇ, ਜਿਹੜਾ ਮੋਹ ਮਾਇਆ ਦਾ ਪਿਆ ਹੋਇਆ ਹੈ, ਮਾਇਆ ਮੋਹ ਰੂਪ ਹੋ ਕਰਕੇ ਤੈਨੂੰ ਚੁੰਬੜੀ ਹੋਈ ਹੈ। ਕਦੀ ਧੀਆਂ ਪੁੱਤਾਂ ਦਾ ਮੋਹ ਕਰਦਾ, ਕਦੀ ਸੰਪਤੀ ਦਾ ਮੋਹ ਕਰਦਾ ਹੈ। ਹੁਣ ਤਜ ਅਭਿਮਾਨ ਮੋਹ ਮਾਇਆ ਫੁਨ, ਕਹਿੰਦੇ ਅਭਿਮਾਨ ਨੂੰ ਵੀ ਛੱਡ ਦੇ ਤੇ ਮੋਹ ਮਾਇਆ ਜਿਹੜੀ ਤੈਨੂੰ ਚੰਬੜੀ ਹੋਈ ਹੈ, ਇਹਨੂੰ ਵੀ ਛੱਡ ਕਰਕੇ ਕੀ ਕਰਨਾ ਕਰ? ਭਜਨ ਰਾਮ ਚਿਤ ਲਾਵੋ। ਪਰਮੇਸ਼ਰ ਵਾਹਿਗੁਰੂ ਰਾਮ, ਰਮੇ ਹੋਏ ਪਰਮੇਸ਼ਰ ਵਾਹਿਗੁਰੂ ਦੇ ਭਜਨ ਦੇ ਵਿੱਚ ਚਿੱਤ ਲਾਉਣਾ ਕਰ, ਉਹਨੂੰ ਧਿਆਉਣਾ ਕਰ। ਨਾਨਕ ਕਹਿਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਨਾਨਕ ਕਹਿਤ ਮੁਕਤ ਪੰਥ ਇਹੋ, ਕਹਿੰਦੇ ਇਹ ਮੁਕਤੀ ਦਾ ਰਸਤਾ ਕਿਹੜਾ? ਤਾਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਰਾਮ ਦੇ ਭਜਨ, ਵਾਹਿਗੁਰੂ ਜੀ ਦੇ ਭਜਨ ਨੂੰ ਚਿਤ ਲਾਉਣਾ, ਇਹ ਕਹਿੰਦੇ ਰਸਤਾ ਹੈ। ਨਾਨਕ ਕਹਿਤ ਮੁਕਤ ਪੰਥ ਇਹੋ, ਇਹ ਮੁਕਤੀ ਦਾ ਰਸਤਾ ਹੈ। ਗੁਰਮੁਖ ਹੋਏ ਤੁਮ ਪਾਵੋ, ਗੁਰਮੁਖ ਹੋ ਕਰਕੇ ਤੈਨੂੰ ਇਹ ਪ੍ਰਾਪਤ ਹੋਏਗਾ। ਗੁਰੂ ਦੁਆਰਾ ਜਦੋਂ ਸਾਧ ਸੰਗਤ ਜੀ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਧਾਰਨ ਕਰਾਂਗੇ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਰਸਤੇ ਤੇ ਚੱਲਾਂਗੇ, ਗੁਰਮੁਖ ਦੀ ਪਦਵੀ ਨੂੰ ਪ੍ਰਾਪਤ ਕਰਾਂਗੇ। ਗੁਰੂ ਦੇ ਦੁਆਰਾ ਗੁਰਮੁਖ ਬਣ ਕਰਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਭਾਈ, ਫਿਰ ਤੈਨੂੰ ਇਹ ਰਸਤਾ ਪ੍ਰਾਪਤ ਹੋਏਗਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਤੇ ਕਿਰਪਾ ਕਰਕੇ, ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਇਹ ਸਮਝਾਉਂਦੇ ਹਨ ਭਾਈ, ਇਹ ਮਨੁੱਖਾ ਜਨਮ ਵਾਰ-ਵਾਰ ਨਹੀਂ ਪ੍ਰਾਪਤ ਹੁੰਦਾ, ਇਹ ਅਮੋਲਕ ਹੈ। ਇਹ ਸਾਰੇ ਸੰਸਾਰ ਦੀ ਸੰਪਤੀ, ਸਾਰੀ ਮਾਇਆ ਧਨ ਦੇਣ ਕਰਕੇ ਵੀ ਤੈਨੂੰ ਪ੍ਰਾਪਤ ਨਹੀਂ ਹੋ ਸਕਦਾ। ਐਸਾ ਇਹ ਅਮੋਲਕ ਹੈ, ਇਹਨੂੰ ਬਿਰਥਾ ਨਾ ਗਵਾਉਣਾ ਕਰ। ਤੇ ਮਹਾਰਾਜ ਕਰੀਏ ਕੀ? ਕਹਿੰਦੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਕਰਕੇ, ਸਤਿਗੁਰੂ ਸੱਚੇ ਪਾਤਸ਼ਾਹ ਦੁਆਰਾ ਬਖਸ਼ਿਸ਼ ਕੀਤੇ ਹੋਏ ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ ਜਪਣ ਕਰਕੇ ਤੇਰਾ ਇਹ ਮੁਕਤੀ ਦਾ ਮਾਰਗ ਤੇ ਤੂੰ ਚੱਲ ਕਰਕੇ, ਇਸ ਰਸਤੇ ਤੇ ਹੋ ਕਰਕੇ, ਗੁਰਮੁਖ ਬਣ ਕਰਕੇ ਇਹਨੂੰ ਤੂੰ ਪਾ ਲਏਗਾ। ਇਹ ਤੇਰਾ ਮਨੁੱਖਾ ਜਨਮ ਜਿਹੜਾ ਹੈ ਉਹ ਸਫਲ ਹੋ ਜਾਏਗਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨਾ ਸਾਡੇ ਉੱਪਰ। ਸਾਨੂੰ ਇਹ ਮਨੁੱਖਾ ਜਨਮ ਅਮੋਲਕ ਹੈ, ਇਸ ਤੇ ਸਾਡਾ ਕਿਤੇ ਮਨ ਦਰਬ ਜਾਵੇ, ਕਿਤੇ ਮਨ ਖੋ ਜਾਵੇ, ਸਾਨੂੰ ਇਹ ਸਮਝ ਪੈ ਜਾਵੇ ਕਿ ਹਾਂ ਭਾਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਕਹਿੰਦੇ ਉਹਨਾਂ ਇੰਤਜ਼ਾਮਾਂ ਦੇ ਵਿੱਚ ਲੱਗ ਜਿਹੜੇ ਸੰਸਾਰ ਨੂੰ ਭਵਜਲ ਤੋਂ ਤਰਨ ਵਾਸਤੇ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ, ਮਾਇਆ ਦੇ ਰੰਗ ਦੇ ਵਿੱਚ ਤੇਰਾ ਇਹ ਜਨਮ ਬਿਰਥਾ ਜਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਾਡੇ ਹਿਰਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਵਸ ਜਾਵੇ। ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਆਰਾ ਦੱਸੇ ਹੋਏ ਮਾਰਗ ਤੇ ਚੱਲ ਕਰਕੇ
ਪਰਮੇਸ਼ਰ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਰਹਿ ਕਰਕੇ ਨਾਮ ਜਪ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਆਰਾ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਨੂੰ ਗ੍ਰਹਿਣ ਕਰਕੇ ਗੁਰਮੁਖ ਬਣ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੋਲਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤਥਾ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਤਿਗੁਰੂ ਜੀ ਦਾ ਤਥਾ ਗੁਰੂ ਕੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਤਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਓ। ਨਾਨਕ ਕਹਿਤ ਮੁਕਤ ਪੰਥ ਇਹੋ ਗੁਰਮੁਖ ਹੋਏ ਤੁਮ ਪਾਵੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਹਮਾਰਾ ਤੂੰ ਸਾਂਝਾ ਸਾਹਿਬ, ਨੌ ਨਿਤ ਤੇਰੇ ਅਖੁੱਟ ਭੰਡਾਰਾ ਤੂੰ ਸਾਂਝਾ ਸਾਹਿਬ। ਬਾਪ ਹਮਾਰਾ ਤੂੰ